ਅਧਿਆਇ 4 ਆਪਣੇ ਦਿਮਾਗ ਨੂੰ ਸਿਖਲਾਈ ਦਿਓ। ਹਾਂ, ਪੱਖੀ ਕੰਮ ਨੂੰ ਅੰਜਾਮ ਦੇਣ ਲਈ ਲਾਜ਼ਮੀ ਹੈ ਅਸੀਂ ਸਕਾਰਾਤਮਕ ਨਜ਼ਰੀਆ ਵਿਕਸਿਤ ਕਰੀਏ। ਇਹ ਬੋਲ ਹਨ ਦਲਾਈ ਲਾਮਾ ਦੇ। ਜਿਨ੍ਹਾਂ ਖਿਆਲਾਂ ਅਤੇ ਕਹਾਣੀਆਂ ਉੱਪਰ ਤੁਹਾਡਾ ਦਿਮਾਗ ਕੇਂਦਰਿਤ ਰਹਿੰਦਾ ਹੈ ਉਹਨਾਂ ਦਾ ਵਧਾਰਾ ਪਸਾਰਾ ਹੁੰਦਾ ਹੈ। ਜੇ ਤੁਸੀਂ ਹਿੰਸਾ ਵਾਲੀਆਂ ਫਿਲਮਾਂ ਦੇਖਦੇ ਹੋ ਜਾਂ ਗੁੱਸੇ ਅਤੇ ਨਫ਼ਰਤ ਵਾਲਾ ਸੰਗੀਤ ਸੁਣਦੇ ਹੋ ਤਾਂ ਇਹ ਤੈਅ ਹੈ ਕਿ ਤੁਸੀਂ ਸਾਰਾ ਦਿਨ ਉਹੀ ਤਾਕਤ ਚੁੱਕੀ ਘੁੰਮਦੇ ਰਹੋਗੇ। ਜੋ ਲੋਕ ਤੁਹਾਡੇ ਸੰਪਰਕ 'ਚ ਆਉਣਗੇ ਉਹਨਾਂ ਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਨੈਗੇਟਿਵ ਊਰਜਾ ਦਾ ਛੱਟਾ ਦੇ ਰਹੇ ਹੋ। ਅਸੀਂ ਆਪਣੇ ਦਿਮਾਗ 'ਚ ਜੋ ਭਰਦੇ ਹਾਂ ਸਾਨੂੰ ਉਸ ਬਾਰੇ ਸੁਚੇਤ ਹੋਣਾ ਪਵੇਗਾ। ਤੁਹਾਡੇ ਮੂਲ ਵਿਚਾਰ ਕਿਸ ਤਰ੍ਹਾਂ ਦੇ ਹਨ? ਤੁਸੀਂ ਕਿਸ ਤਰ੍ਹਾਂ ਦੀ ਮਨੋਰੰਜਨ ਸਮੱਗਰੀ ਦੇਖਦੇ ਹੋ? ਤੁਹਾਡੇ ਦੋਸਤ ਕੌਣ ਹਨ? ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵਿੱਚ ਹਿੱਸਾ ਲੈ ਰਹੇ ਹੋ? ਤੁਹਾਡੇ ਵੱਲੋਂ ਸੋਚੀ ਜਾਂਦੀ ਹਰ ਗੱਲ ਤੁਹਾਡੇ ਭਵਿੱਖ ਦਾ ਮੁੱਢ ਬਣ ਰਹੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜੋ ਸੋਚਦੇ ਹਾਂ ਜਾਂ ਜਿਨ੍ਹਾਂ ਨੂੰ ਮਿਲਦੇ ਜੁਲਦੇ ਹਾਂ ਉਸ ਦੇ ਭੈ ਨਾਲ ਜਿਉਣਾ ਸ਼ੁਰੂ ਕਰੀਏ, ਸਗੋਂ ਇਹਨਾਂ ਗੱਲਾਂ ਨੂੰ ਲੈ ਕੇ ਸਾਨੂੰ ਵਧੇਰੇ ਸੁਚੇਤ ਹੋਣਾ ਪਵੇਗਾ। ਇਸ ਲਈ ਇਹ ਹੈ ਆਸ਼ਾਵਾਦੀ ਹੋਣ ਦੇ ਨਾਲ ਨਾਲ ਆਪਣੇ ਦਿਮਾਗ ਨੂੰ ਸਿਖਲਾਈ ਦੇ ਕੇ ਵਧੇਰੇ ਮਜ਼ਬੂਤ ਅਤੇ ਵਧੇਰੇ ਲਚਕੀਲੇ ਬਣਾਉਣ ਦਾ ਮਹੱਤਵ। ਰਾਤੋਂ ਰਾਤ ਕਾਮਯਾਬ ਹੋ ਜਾਣ ਦੀ ਮਿੱਥ। ਸਫਲਤਾ ਸਮਾਂ ਲੈਂਦੀ ਹੈ। ਜੋ ਲੋਕ ਰਾਤੋਂ ਰਾਤ ਕਾਮਯਾਬ ਹੋਣ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਆਪਣੇ ਟੀਚੇ ਲਈ ਕੰਮ ਕਰਨਾ ਸ਼ੁਰੂ ਕਰਦੇ ਸਾਰ ਹੀ ਗਜ਼ਬ ਦੇ ਨਤੀਜਿਆਂ ਦੀ ਉਮੀਦ ਕਰਨ ਲੱਗ ਪੈਂਦੇ ਹਨ। ਇੰਜ ਨਹੀਂ ਹੁੰਦਾ। ਇਸ ਤੋਂ ਨਿਰਾਸ਼ ਨਾ ਹੋਵੋ। ਇਹ ਤਾਂ ਇੱਕ ਸਕਾਰਾਤਮਕ ਗੱਲ ਹੈ। ਜਦੋਂ ਤੁਸੀਂ ਸਫਲਤਾ ਦਾ ਸੱਚ ਜਾਣ ਲੈਂਦੇ ਹੋ ਤਾਂ ਤੁਰੰਤ ਨਤੀਜੇ ਨਾ ਮਿਲਣ 'ਤੇ ਪਰੇਸ਼ਾਨ ਨਾ ਹੋਵੋ। ਤੁਸੀਂ ਕਦੇ ਵੀ ਸਮੁੰਦਰ ਪਾਰ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਅੰਦਰ ਕਿਨਾਰੇ ਨੂੰ ਅੱਖਾਂ ਤੋਂ ਓਝਲ ਹੁੰਦੇ ਦੇਖਣ ਦਾ ਜ਼ੇਰਾ ਨਹੀਂ। ਇਹ ਬੋਲ ਹਨ ਕ੍ਰਿਸਟੋਫਰ ਕੋਲੰਬਸ ਦੇ। ਐਂਡਰੀਆ ਬੋਸ਼ੇਲੀ ਦੀ ਪ੍ਰੇਰਨਾਦਾਇਕ ਕਹਾਣੀ। ਇਤਾਲਵੀ ਸ਼ਜਿੰਦੇ ਐਂਡਰੀਆ ਬੋਸ਼ੇਲੀ ਦੀ ਨਜ਼ਰ ਜਮਾਂਦਰੂ ਤੌਰ 'ਤੇ ਕਮਜ਼ੋਰ ਸੀ। ਦਰਅਸਲ ਜਦੋਂ ਮਾਂ ਦੇ ਪੇਟ ਵਿੱਚ ਸੀ ਤਾਂ ਡਾਕਟਰਾਂ ਨੇ ਉਸ ਨੂੰ ਗਰਭਪਾਤ ਕਰਾ ਲੈਣ ਦੀ ਸਲਾਹ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਜਨਮ ਸਮੇਂ ਹੀ ਉਸ 'ਚ ਬਹੁਤ ਸਾਰੀਆਂ ਪੈਦਾਇਸ਼ੀ ਮੁਸ਼ਕਲਾਂ ਹੋਣ ਦਾ ਖਦਸ਼ਾ ਸੀ। ਐਂਡਰੀਆ ਨੂੰ ਜਨਮ ਸਮੇਂ ਹੀ ਮੋਤੀਆਬਿੰਦ ਦੀ ਸਮੱਸਿਆ ਸੀ ਅਤੇ 12 ਸਾਲ ਦੀ ਉਮਰ 'ਚ ਇੱਕ ਫੁੱਟਬਾਲ ਦੁਰਘਟਨਾ ਤੋਂ ਬਾਅਦ ਦਿਮਾਗ ਦੀ ਨਾੜੀ ਫਟ ਜਾਣ 'ਤੇ ਉਸ ਦੀ ਅੱਖਾਂ ਦੀ ਜੋਤ ਬੁਝ ਗਈ। ਬੋਸ਼ੇਲੀ ਨੇ ਆਪਣੇ ਦੁੱਖ ਅਤੇ ਦਰਦ ਨੂੰ ਸੰਗੀਤ ਦੇ ਲੇਖੇ ਲਾਉਣ ਦਾ ਫੈਸਲਾ ਲਿਆ ਅਤੇ ਉਸ ਨੇ ਪਿਆਨੋ, ਬੰਸਰੀ, ਤੁਰਹੀ ਸਮੇਤ ਕਈ ਤਰ੍ਹਾਂ ਦੇ ਮੂੰਹ ਨਾਲ ਵਜਾਏ ਜਾਣ ਵਾਲੇ ਵਾਜੇ, ਗਿਟਾਰ ਅਤੇ ਢੋਲ ਵਜਾਉਣ ਦਾ ਅਭਿਆਸ ਸ਼ੁਰੂ ਕਰ ਦਿੱਤਾ। ਫੁੱਟਬਾਲ ਦੁਰਘਟਨਾ ਤੋਂ 2 ਸਾਲ ਬਾਅਦ ਉਸ ਨੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਆਪਣੀ ਪਹਿਲੀ ਪੇਸ਼ਕਾਰੀ ਕੀਤੀ। ਬੋਸ਼ੇਲੀ ਦਾ ਕਹਿਣਾ ਹੈ, ਇਸ ਨਾਲ ਮੁਕੱਦਰ ਦਾ ਬਹੁਤ ਕੁਝ ਜੁੜਿਆ ਹੋਇਆ ਹੈ ਪਰ ਇਹੀ ਤੁਹਾਡੇ ਲਈ ਵੀ ਜੁੜਿਆ ਹੋਇਆ ਹੈ। ਬਸ ਡਟੇ ਰਹੋ, ਹੱਠ ਨਾ ਛੱਡੋ। ਐਂਡਰੀਆ ਬੋਸ਼ੇਲੀ ਨੇ ਆਪਣੀਆਂ ਪੰਗਤਾਂ ਨੂੰ ਨਮੋਚੀ ਨਹੀਂ ਬਣਨ ਦਿੱਤਾ। ਦਰਅਸਲ ਸ਼ਜਿੰਦੇ ਵਜੋਂ ਕਾਮਯਾਬ ਹੋਣ ਤੋਂ ਪਹਿਲਾਂ ਉਸ ਨੇ ਲਾਅ ਦੀ ਪੜ੍ਹਾਈ ਕੀਤੀ ਅਤੇ ਫਿਰ 1 ਸਾਲ ਇਸ ਖੇਤਰ 'ਚ ਪ੍ਰੈਕਟਿਸ ਕੀਤੀ। ਪੜ੍ਹਦੇ ਸਮੇਂ ਪੈਸਾ ਕਮਾਉਣ ਲਈ ਪਿਆਨੋ ਬਾਰਾਂ ਵਿੱਚ ਸਾਜ਼ ਵਜਾਇਆ ਕਰਦਾ ਸੀ। ਬੋਸ਼ੇਲੀ ਨੇ ਮਹਾਨ ਸੰਗੀਤਕਾਰ ਲੂਸੀਆਨੋ ਪਵਾਰੋਤੀ, ਸੈਲੇਨੇ ਡਿਓਨ, ਸਾਰਾ ਬ੍ਰਾਈਟਮੈਨ ਅਤੇ ਬਹੁਤ ਸਾਰਿਆਂ ਨਾਲ ਮਿਲ ਕੇ ਸੰਗੀਤ ਦਿੱਤਾ। ਬੋਸ਼ੇਲੀ ਦੀਆਂ 8 ਕਰੋੜ ਤੋਂ ਵਧੇਰੇ ਐਲਬਮਾਂ ਵਿਕ ਚੁੱਕੀਆਂ ਹਨ ਜਿਸ ਨਾਲ ਉਹ ਕਲਾਸੀਕਲ ਸੰਗੀਤ ਦੇ ਖੇਤਰ 'ਚ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਸੋਲੋ ਆਰਟਿਸਟ ਦਾ ਰੁਤਬਾ ਹਾਸਲ ਕਰ ਚੁੱਕਾ ਹੈ। ਐਂਡਰੀਆ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਆਪਣੇ ਦਿਮਾਗ ਨੂੰ ਤਿਆਰ ਕਰਨ ਅਤੇ ਆਪਣੇ ਅਤੀਤ, ਆਪਣੇ ਸੰਘਰਸ਼ ਅਤੇ ਆਪਣੀ ਅਪੰਗਤਾ ਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਦੀ ਇਜਾਜ਼ਤ ਨਾ ਦੇਣ ਦੇ ਮਾਇਨੇ ਕੀ ਹਨ। ਉਸ ਦੀ ਮਿਸਾਲ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਉਣ ਵਾਲਿਆਂ ਲਈ ਉਮੀਦ ਦਾ ਚਾਨਣ ਮੀਨਾਰ ਹੈ। ਅਭਿਆਸ। ਆਪਣੀ ਜ਼ਿੰਦਗੀ ਦਾ ਐਸਾ ਸਮਾਂ ਨੋਟ ਕਰਕੇ ਲਿਖ ਲਓ ਜਦੋਂ ਤੁਹਾਡੇ ਲਈ ਭਾਵਨਾਤਮਕ, ਵਿੱਤੀ ਅਤੇ ਨਿੱਜੀ ਤੌਰ 'ਤੇ ਸਭ ਕੁਝ ਸਹੀ ਚੱਲ ਰਿਹਾ ਸੀ। ਉਸ ਪਲ ਨੂੰ ਚੇਤੇ ਕਰੋ। ਉਦੋਂ ਤੁਸੀਂ ਮਹਿਸੂਸ ਕਿਵੇਂ ਕਰ ਰਹੇ ਸੀ ਅਤੇ ਸੋਚ ਕਿਵੇਂ ਰਹੇ ਸੀ। ਇਸ ਨੂੰ ਲਿਖ ਲਓ। ਇਹ ਦੇਖੋ ਕਿ ਤੁਸੀਂ ਕਿਸ ਦੀ ਤਾਰੀਫ ਕਰਦੇ ਹੋ। ਅਸੀਂ ਉਹਨਾਂ ਲੋਕਾਂ ਦੀ ਤਾਰੀਫ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ। ਇਸੇ ਲਈ ਅਸੀਂ ਉਹਨਾਂ ਵੱਲ ਦੇਖਦੇ ਹਾਂ, ਚਾਹੇ ਉਹ ਕਾਰੋਬਾਰੀ ਹਨ, ਮਸ਼ਹੂਰ ਹਸਤੀਆਂ ਹਨ ਜਾਂ ਖਿਡਾਰੀ। ਮੈਂ ਬ੍ਰਾਇਨ ਟ੍ਰੇਸੀ ਨੂੰ ਦੇਖਦਾ ਸੀ। ਉਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦਾ ਸੀ ਅਤੇ ਉਸ ਦੀਆਂ ਵੀਡੀਓ ਦੇਖਦਾ ਸੀ। ਕਦੇ ਕਦੇ ਰਾਤ ਨੂੰ ਮੈਂ ਬ੍ਰਾਇਨ ਟ੍ਰੇਸੀ, ਰਿਚਰਡ ਬ੍ਰੈਂਸਨ, ਟੋਨੀ ਰੋਬਿਨਸ
ਅਤੇ ਹੋਰ ਕਈਆਂ ਦੀਆਂ ਪ੍ਰੇਰਨਾਦਾਇਕ ਵੀਡੀਓ ਦੇਖਦਾ ਹਾਂ ਜੋ ਸਧਾਰਨ ਪਰਿਵਾਰਾਂ ਦੇ ਜਾਏ ਸਨ, ਪਰ ਉਹਨਾਂ ਨੇ ਬਦਕਿਸਮਤੀ ਨੂੰ ਆਪਣਾ ਭਵਿੱਖ ਤੈਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਮੈਂ ਉਹਨਾਂ ਨੂੰ ਆਪਣੇ ਗੁਰੂ ਕਹਿੰਦਾ ਹਾਂ। ਮੈਂ ਹਮੇਸ਼ਾ ਸਿੱਖਣ ਅਤੇ ਆਪਣੇ ਨਿੱਜੀ ਵਾਧੇ ਅਤੇ ਵਿਕਾਸ 'ਚ ਤਾਕਤ ਲਾਉਣ ਅਤੇ ਇਹ ਯਕੀਨੀ ਬਣਾਉਣ 'ਚ ਵਿਸ਼ਵਾਸ ਰੱਖਦਾ ਹਾਂ ਕਿ ਮੈਂ ਹਮੇਸ਼ਾ ਸਿੱਖ ਸਕਦਾ ਹਾਂ। ਮੇਰੀ ਪਹਿਲੀ ਇੰਟਰਵਿਊ ਬ੍ਰਾਇਨ ਟ੍ਰੇਸੀ ਨੇ ਕੀਤੀ ਸੀ। ਨਿਰਸੰਦੇਹ ਮੇਰੇ ਅਵਚੇਤਨ ਮਨ 'ਚ ਇਹ ਗੱਲ ਸੀ ਕਿ ਮੈਂ ਆਪਣੇ ਗੁਰੂ ਨੂੰ ਮਿਲਾਂਗਾ। ਜਦੋਂ ਉਸਨੇ ਮੇਰੀ ਇੰਟਰਵਿਊ ਕੀਤੀ ਤਾਂ ਮੈਨੂੰ ਹੈਰਾਨੀ ਵੀ ਹੋਈ ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬਾਕਾਇਦਗੀ ਨਾਲ ਆਡੀਓ ਕਿਤਾਬਾਂ ਸੁਣ ਕੇ ਅਤੇ ਜੀਵਨੀਆਂ ਪੜ੍ਹ ਕੇ ਆਪਣੇ ਦਿਮਾਗ ਨੂੰ ਨਵਾਂ ਰੂਪ ਦਿਓ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ, ਰੋਜ਼ਾਨਾ ਇਸ ਦਿਸ਼ਾ 'ਚ ਕੰਮ ਕਰੋ। ਜਿਨ੍ਹਾਂ ਲੋਕਾਂ ਦੀ ਤੁਸੀਂ ਤਾਰੀਫ ਕਰਦੇ ਹੋ ਉਹਨਾਂ ਦੇ ਗੁਣ, ਆਦਤਾਂ ਅਤੇ ਫਲਸਫਿਆਂ ਨੂੰ ਅਪਣਾਓ, ਕਿਉਂਕਿ ਜੋ ਖਾਸੀਅਤਾਂ ਉਹਨਾਂ ਦੇ ਕੰਮ ਆਈਆਂ ਉਹ ਤੁਹਾਡੇ ਕੰਮ ਵੀ ਆ ਸਕਦੀਆਂ ਹਨ। ਅਸੀਂ ਭਲੇ ਸਮਿਆਂ ਅਤੇ ਬੁਰੇ ਸਮਿਆਂ ਦੇ ਤਜਰਬੇ 'ਚੋਂ ਗੁਜ਼ਰਦੇ ਹਾਂ, ਪਰ ਜਦੋਂ ਤੱਕ ਤੁਸੀਂ ਇਸ ਨੂੰ ਸਿਖਲਾਈ ਦੇ ਕੇ ਤਿਆਰ ਨਹੀਂ ਕਰਦੇ, ਮਨੁੱਖੀ ਦਿਮਾਗ ਬੁਰੇ ਸਮਿਆਂ ਨੂੰ ਚੇਤੇ ਰੱਖਣਾ ਪਸੰਦ ਕਰਦਾ ਹੈ। ਆਪਣੀਆਂ ਅਤੀਤ ਦੀਆਂ ਸਫਲਤਾਵਾਂ ਨੂੰ ਹਮੇਸ਼ਾ ਚੇਤੇ ਰੱਖੋ। ਜੇ ਤੁਹਾਨੂੰ ਪਹਿਲਾਂ ਸਫਲਤਾ ਮਿਲੀ ਹੈ ਤਾਂ ਤੁਸੀਂ ਹੁਣ ਵੀ ਸਫਲ ਹੋ ਸਕਦੇ ਹੋ। ਸੰਭਵ ਹੈ ਤੁਸੀਂ ਹੁਣ ਵੱਖਰੀ ਤਰ੍ਹਾਂ ਦੇ ਕਾਰੋਬਾਰ 'ਚ ਲੱਗੇ ਹੋਵੋ, ਪਰ ਅਨੁਸ਼ਾਸਨ 'ਚ ਰਹੋ, ਕਾਰਵਾਈ ਅਮਲ 'ਚ ਲਿਆਓ ਅਤੇ ਆਪਣੇ ਆਲੇ ਦੁਆਲੇ ਇੱਕ ਟੀਮ ਬਣਾਓ। ਇਹ ਯਕੀਨੀ ਬਣਾਓ ਕਿ ਤੁਹਾਡਾ ਕੰਮ ਕਰਨ ਦਾ ਇੱਕ ਰੁਟੀਨ ਹੋਵੇ ਅਤੇ ਇਸ ਦੀ ਪਾਲਣਾ ਕਰੋ। ਆਪਣੇ ਕੰਮ 'ਤੇ ਕੇਂਦਰਿਤ ਰਹੋ ਅਤੇ ਸਮੇਂ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਇਹ ਜਾਣ ਲੈਣ ਨਾਲ ਮਦਦ ਮਿਲਦੀ ਹੈ ਕਿ ਤੁਸੀਂ ਕੀ ਨਹੀਂ ਕਰਨਾ ਚਾਹੁੰਦੇ ਅਤੇ ਉੱਥੋਂ ਸ਼ੁਰੂ ਕਰੋ। ਫਿਰ ਤੁਸੀਂ ਉਸ ਦਿਸ਼ਾ 'ਚ ਜਾ ਸਕਦੇ ਹੋ ਜਿੱਧਰ ਤੁਸੀਂ ਜਾਣਾ ਚਾਹੁੰਦੇ ਹੋ। ਫਿਰ ਤੁਸੀਂ ਆਪਣੀ ਤਾਕਤ ਅਤੇ ਕੋਸ਼ਿਸ਼ਾਂ ਉਸ ਪਾਸੇ ਲਗਾ ਸਕਦੇ ਹੋ। ਇੱਕ ਵਾਰ ਮੈਂ ਜਦੋਂ ਦਲੇਰ ਕਦਮ ਚੁੱਕ ਲੈਂਦਾ ਹਾਂ ਅਤੇ ਕੁਝ ਕਰਨ ਲਈ ਵਚਨਬੱਧ ਹੋ ਜਾਂਦਾ ਹਾਂ ਤਾਂ ਬਹਾਨਿਆਂ ਲਈ ਕੋਈ ਜਗ੍ਹਾ ਨਹੀਂ ਰਹਿੰਦੀ। ਮੈਂ ਇਸ ਨੂੰ ਅੰਜਾਮ ਦੇਣ ਲਈ ਕੰਮ ਕਰਾਂਗਾ ਕਿਉਂਕਿ ਮੈਂ ਆਪਣੇ ਆਪ ਨੂੰ ਚੁਣੌਤੀ ਦਿੱਤੀ ਹੈ। ਮੈਂ ਬਹਾਨੇਬਾਜ਼ੀ ਤੋਂ ਦੂਰ ਰਹਿਣ ਲਈ ਲਗਾਤਾਰ ਕੰਮ ਕਰਾਂਗਾ ਅਤੇ ਆਪਣੀ ਤਾਕਤ ਸਿਰਫ ਉਸ ਉੱਪਰ ਲਗਾਵਾਂਗਾ ਜੋ ਮੈਂ ਕਰ ਸਕਦਾ ਹਾਂ। ਮੰਨ ਲਓ ਤੁਸੀਂ ਰੇਲ ਗੱਡੀ ਰਾਹੀਂ ਪੈਰਿਸ ਤੋਂ ਬਰਸਲ ਜਾ ਰਹੇ ਹੋ ਅਤੇ ਤੁਸੀਂ ਆਪਣਾ ਧਿਆਨ ਉੱਥੇ ਪਹੁੰਚਣ 'ਤੇ ਇਕਾਗਰ ਕੀਤਾ ਹੋਇਆ ਹੈ, ਤਾਂ ਤੁਸੀਂ ਆਪਣੇ ਆਲੇ ਦੁਆਲੇ ਦੇ ਕੁਦਰਤੀ ਨਜ਼ਾਰੇ ਦਾ ਆਨੰਦ ਨਹੀਂ ਲੈ ਸਕੋਗੇ। ਅਨੁਭਵ, ਯਾਤਰਾ ਅਤੇ ਪ੍ਰਕਿਰਿਆ ਦਾ ਆਨੰਦ ਮਾਣਨਾ ਯਕੀਨੀ ਬਣਾਓ। ਇਹ ਤੁਹਾਡੇ ਕੋਲ ਆਪਣੇ ਨਜ਼ਰੀਏ ਨੂੰ ਬਦਲਣ ਅਤੇ ਆਪਣੇ ਰਵੱਈਏ ਨੂੰ ਬਦਲਣ ਦੀ ਚੋਣ ਹੈ ਅਤੇ ਇਸ ਦਾ ਸਾਡੀ ਜ਼ਿੰਦਗੀ ਦੇ ਨਤੀਜੇ ਉੱਪਰ ਪ੍ਰਭਾਵ ਪਵੇਗਾ। ਜੇ ਤੁਹਾਡੇ ਕੋਲ ਕੁਝ ਕਰਨ ਦੀ ਪ੍ਰਬਲ ਇੱਛਾ ਹੈ ਤਾਂ ਤੁਸੀਂ ਸਹੀ ਤਰ੍ਹਾਂ ਜਾਣਦੇ ਹੁੰਦੇ ਹੋ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਚੇਤੇ ਰੱਖੋ, ਬ੍ਰਹਿਮੰਡ ਦਲੇਰ ਦੇ ਪੱਖ 'ਚ ਹੁੰਦਾ ਹੈ। ਆਪਣੇ ਦਿਨ ਦੀ ਯੋਜਨਾ ਬਣਾਓ। ਅਭਿਆਸ। ਆਪਣੀ ਦਿਨ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਨ ਲਈ ਹਰ ਰਾਤ ਨੂੰ ਘੱਟੋ ਘੱਟ 10 ਮਿੰਟ ਕੱਢੋ ਅਤੇ ਅਗਲੇ ਦਿਨ ਦੀ ਯੋਜਨਾ ਬਣਾਓ। ਆਪਣੀ ਜ਼ਿੰਦਗੀ 'ਚ ਕੰਟਰੋਲ ਦਾ ਅੰਸ਼ ਜੋੜਨ ਦਾ ਇਹ ਸੌਖਾ ਤਰੀਕਾ ਹੈ। ਨਾਲ ਹੀ ਜਦੋਂ ਤੁਸੀਂ ਆਪਣੇ ਰੋਮਾਂਚਕ ਅਤੇ ਪ੍ਰੇਰਨਾਦਾਇਕ ਟੀਚਿਆਂ ਦੀ ਦਿਸ਼ਾ 'ਚ ਕੰਮ ਕਰਦੇ ਹੋ ਤਾਂ ਇਹ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ। ਇਹੀ ਮੇਰੀ ਸਫਲਤਾ ਦਾ ਰਾਜ ਹੈ। ਇਹ ਮੈਂ ਹਰ ਰਾਤ ਨੂੰ ਕਰਦਾ ਹਾਂ। ਕੁਝ ਲੋਕ ਆਪਣੇ ਦਿਨ ਦੀ ਯੋਜਨਾ ਸਵੇਰ ਵੇਲੇ ਬਣਾਉਂਦੇ ਹਨ, ਪਰ ਮੇਰਾ ਵਿਸ਼ਵਾਸ ਹੈ ਕਿ ਇਸ ਤਰੀਕੇ ਨਾਲ ਤੁਸੀਂ ਆਪਣੇ ਦਿਨ ਦੇ 2 ਘੰਟੇ ਗਵਾ ਲੈਂਦੇ ਹੋ। ਜੇ ਤੁਸੀਂ ਇਹੀ ਕੰਮ ਇਸ ਤੋਂ ਪਹਿਲੀ ਰਾਤ ਨੂੰ ਨਿਬੇੜ ਲੈਂਦੇ ਤਾਂ ਸੌਣ ਤੋਂ ਪਹਿਲਾਂ ਇਹ ਤੁਹਾਡੇ ਅਵਚੇਤਨ ਮਨ 'ਚ ਘਰ ਕਰ ਜਾਂਦਾ ਹੈ। ਜਦੋਂ ਤੁਸੀਂ ਅਗਲੀ ਸਵੇਰ ਨੂੰ ਜਾਗਦੇ ਹੋ ਤਾਂ ਇਸ ਨਾਲ ਤੁਹਾਨੂੰ ਗਜ਼ਬ ਦੇ ਖਿਆਲ ਸੁੱਝਦੇ ਹਨ। ਮੈਂ ਜੋ ਭਵਿੱਖ ਬਣਾਉਣਾ ਚਾਹੁੰਦਾ ਹਾਂ ਉਸ ਬਾਰੇ ਸੰਜੀਦਗੀ ਨਾਲ ਸੋਚ ਵਿਚਾਰ ਕਰਦਾ ਹਾਂ ਅਤੇ ਉਹ ਵਿਚਾਰ ਟਪਕ ਕੇ ਮੇਰੇ ਮਨ ਵਿੱਚ ਸਮਾਉਂਦੇ ਰਹਿੰਦੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਨੂੰ ਕਿੰਨੀ ਸ਼ਿੱਦਤ ਨਾਲ ਚਾਹੁੰਦੇ ਹੋ। ਤਬਦੀਲੀ ਨਿਰਾ ਸੋਚਣ ਨਾਲ ਕਦੇ ਨਹੀਂ ਹੋਵੇਗੀ। ਤੁਹਾਨੂੰ ਕੰਮ ਕਰਨਾ ਪਵੇਗਾ। ਦੁਨੀਆ ਸੁਪਨੇ ਦੇਖਣ ਵਾਲਿਆਂ 'ਚ ਤਾਰੀਆਂ ਲਾ ਰਹੀ ਹੈ, ਲੇਕਿਨ ਸਿਰਫ ਆਪਣੀਆਂ ਇੱਛਾਵਾਂ ਉੱਪਰ ਕੰਮ ਕਰਨ ਵਾਲੇ ਹੀ ਹਕੀਕਤ 'ਚ ਗਿਣਨਯੋਗ ਨਤੀਜੇ ਹਾਸਲ ਕਰਦੇ ਹਨ। ਹਰ 2 ਘੰਟੇ ਮੈਂ ਇਸ ਬਾਰੇ ਸੋਚਦਾ ਹਾਂ ਕਿ ਮੈਂ ਕਿੱਥੇ ਜਾਣਾ ਚਾਹੁੰਦਾ ਹਾਂ, ਮੈਂ ਕਿੱਥੇ ਸੀ ਅਤੇ ਉਸ ਵਿੱਚ ਕਿੰਨੇ ਲੋਕ ਸ਼ਾਮਲ ਹਨ। ਇਹ ਕਲਪਨਾ ਮੈਂ ਦਿਨ 'ਚ ਸਿਰਫ ਇੱਕ ਵਾਰ ਜਾਂ ਸਾਲ 'ਚ ਇੱਕ ਵਾਰ ਨਹੀਂ, ਸਗੋਂ ਦਿਨ 'ਚੋਂ ਘੱਟੋ ਘੱਟ 4-5 ਵਾਰ ਕਰਦਾ ਹਾਂ। ਇਹ ਜਿਹਨੀ ਤਸੱਵਰ ਦਾ ਰੋਜ਼ਾਨਾ ਅਭਿਆਸ ਹੈ ਅਤੇ ਇਸ ਤਰੀਕੇ ਨਾਲ ਮੈਂ ਆਪਣੀ ਦ੍ਰਿਸ਼ਟੀ ਅਤੇ ਆਪਣੇ ਟੀਚੇ ਬਣਾਉਂਦਾ ਹਾਂ ਅਤੇ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ। ਮੈਂ ਆਪਣੀ ਦ੍ਰਿਸ਼ਟੀ ਨੂੰ ਸੰਖਿਆਵਾਂ ਨਾਲ ਜੋੜਦਾ ਹਾਂ। ਇਹ ਡਾਲਰਾਂ ਦੀ ਗਿਣਤੀ ਹੈ ਜਾਂ ਇਹ ਲੋਕਾਂ ਦੀ ਗਿਣਤੀ ਹੈ ਜਿਨ੍ਹਾਂ ਉੱਪਰ ਮੇਰਾ ਪ੍ਰਭਾਵ
ਪੈ ਰਿਹਾ ਹੁੰਦਾ ਹੈ, ਜਾਂ ਇਹ ਉਹਨਾਂ ਲੋਕਾਂ ਦੀ ਗਿਣਤੀ ਹੈ ਜਿਨ੍ਹਾਂ ਦੀ ਟੇਕ ਪ੍ਰੋਜੈਕਟ ਉੱਪਰ ਹੈ, ਜਾਂ ਸਕਾਰਾਤਮਕ ਕਾਰਵਾਈ ਨਾਲ ਕਿੰਨੀਆਂ ਜ਼ਿੰਦਗੀਆਂ ਬਦਲ ਸਕਦੀਆਂ ਹਨ। ਸੰਖਿਆਵਾਂ ਕਿਉਂ ਜੋੜਦੇ ਹਾਂ? ਕਿਉਂਕਿ ਮੈਂ ਤਰੱਕੀ ਨੂੰ ਹਰ ਹਫ਼ਤੇ, ਹਰ ਮਹੀਨੇ, ਹਰ ਸਾਲ ਟਰੈਕ ਕਰਨਾ ਚਾਹੁੰਦਾ ਹਾਂ। ਇਸ ਤਰੀਕੇ ਨਾਲ ਮੈਂ ਦੇਖ ਸਕਦਾ ਹਾਂ ਕਿ ਪਿਛਲੇ ਮਹੀਨੇ ਮੈਂ ਕਿੱਥੇ ਸੀ, ਅੱਜ ਮੈਂ ਕਿੱਥੇ ਪਹੁੰਚਿਆ ਹਾਂ ਅਤੇ ਮੈਨੂੰ ਕਿੱਥੇ ਜਾਣ ਦੀ ਲੋੜ ਹੈ। ਨਾਲ ਹੀ ਇਹ ਦੇਖਣ ਦਾ ਇੱਕ ਤਰੀਕਾ ਵੀ ਹੈ ਕਿ ਕਿਹਨਾਂ ਗੱਲਾਂ ਨੂੰ ਸੁਧਾਰਨ ਦੀ ਲੋੜ ਹੈ। ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਮੇਰਾ ਆਪਣੇ ਭਾਈਚਾਰੇ ਅਤੇ ਆਪਣੇ ਮੁਲਾਜ਼ਮਾਂ ਉੱਪਰ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਆਪਣੇ ਵਿਚਾਰਾਂ ਨੂੰ ਲਿਖ ਲਓ। 10 ਲੱਖ ਤੋਂ ਵਧੇਰੇ ਸੋਚਾਂ ਅਤੇ ਵਿਚਾਰ ਰੋਜ਼ਾਨਾ ਮਨੁੱਖੀ ਦਿਮਾਗ ਵਿੱਚ ਆਉਂਦੇ ਹਨ ਅਤੇ ਤੁਸੀਂ ਉਹਨਾਂ ਵਿਚਾਰਾਂ ਨੂੰ ਹਾਸਲ ਕਰਨਾ ਚਾਹੁੰਦੇ ਹੋ ਜੋ ਤੁਹਾਨੂੰ ਸਹੀ ਦਿਸ਼ਾ 'ਚ ਲਿਜਾਣਗੇ। ਇਹਨਾਂ ਵਿਚਾਰਾਂ ਨੂੰ ਆਪਣੇ ਦਿਮਾਗ 'ਚ ਰੱਖਣ ਦੀ ਬਜਾਏ ਲਿਖ ਲੈਣਾ ਮਹੱਤਵਪੂਰਨ ਹੈ। ਜੇ ਤੁਸੀਂ ਉਹਨਾਂ ਨੂੰ ਨਹੀਂ ਪਕੜਦੇ, ਤੁਸੀਂ ਉਹਨਾਂ ਨੂੰ ਗਵਾ ਦਿੰਦੇ ਹੋ। ਇਹ ਮੇਰਾ ਅਜ਼ਮਾਇਆ ਹੋਇਆ ਤਰੀਕਾ ਹੈ। ਮੈਂ ਆਪਣੇ ਮਨ 'ਚ ਆਉਂਦੇ ਹਰ ਵਿਚਾਰ ਨੂੰ ਕਾਗਜ਼ ਉੱਪਰ ਲਿਖ ਲੈਂਦਾ ਹਾਂ ਅਤੇ ਫਿਰ ਮੈਂ ਇਸ ਦੇ ਆਲੇ ਦੁਆਲੇ ਯੋਜਨਾ ਬਣਾ ਸਕਦਾ ਹਾਂ। ਮਿਸਾਲ ਵਜੋਂ, ਜਦੋਂ ਇਹ ਕਿਤਾਬ ਲਿਖਣ ਦਾ ਖਿਆਲ ਮੇਰੇ ਮਨ 'ਚ ਆਇਆ, ਪਹਿਲਾਂ ਇਹ ਬਸ ਇੱਕ ਖਿਆਲ ਸੀ ਅਤੇ ਫਿਰ ਮੈਂ ਇਸ ਦਿਸ਼ਾ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਦਿਮਾਗ ਨੂੰ ਸਿੱਖਿਅਤ ਕਰੋ ਕਿ ਇੱਕ ਸਮੇਂ ਇੱਕ ਵਿਚਾਰ ਹੀ ਹੋਵੇ। ਇਸ 'ਚ ਬਹੁਤ ਸਾਰੀ ਸਖਤ ਘਾਲਣਾ ਸ਼ਾਮਲ ਹੈ। ਰਾਤੋਂ ਰਾਤ ਕੁਝ ਨਹੀਂ ਹੋਣਾ। ਜੇ ਤੁਸੀਂ ਉਹਨਾਂ ਸਭ ਚੀਜ਼ਾਂ ਦੀ ਸੂਚੀ ਬਣਾ ਲੈਂਦੇ ਹੋ ਜੋ ਤੁਸੀਂ ਕਰਨੀਆਂ ਚਾਹੁੰਦੇ ਹੋ, ਫਿਰ ਇਹ ਤੁਹਾਡੇ ਸਾਹਮਣੇ ਪੂਰੀ ਤਰ੍ਹਾਂ ਸਪਸ਼ਟ ਪਈ ਹੋਵੇਗੀ ਅਤੇ ਤੁਹਾਡਾ ਅਵਚੇਤਨ ਮਨ ਇਸ ਨੂੰ ਸਾਕਾਰ ਕਰਨ ਉੱਪਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਸੁਪਨਾ ਮਾਰਗਦਰਸ਼ਨ ਕਰਦਾ ਹੈ, ਪਰ ਇਹ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਨਿੱਕੇ ਨਿੱਕੇ ਕਦਮ ਪੁੱਟਦਾ ਹੈ। ਇਹ ਇੱਕ ਅਮਲ ਹੈ। ਜੇ ਤੁਸੀਂ 1 ਸਾਲ ਵਿੱਚ ਵਾਹ ਵੱਡੀ ਕਮਾਈ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਬਹੁਤ ਸਾਰਾ ਕੰਮ ਅਤੇ ਮਿਹਨਤ ਲਗਾਉਣੀ ਪੈਂਦੀ ਹੈ। ਕੰਮ ਕਰਨ ਲਈ ਤਿਆਰ ਰਹੋ। ਜਗਿਆਸੂ ਬਣੋ। ਜਦੋਂ ਤੁਸੀਂ ਆਲੇ ਦੁਆਲੇ ਨੂੰ ਨਿਹਾਰਨ ਅਤੇ ਇਸ ਬਾਰੇ ਸਿੱਖਣ ਲਈ ਸਮਾਂ ਦਿੰਦੇ ਹੋ ਤਾਂ ਦੁਨੀਆ ਸੱਚੀ ਮੁੱਚੀ ਇੱਕ ਅਦਭੁਤ ਜਗ੍ਹਾ ਹੋ ਸਕਦੀ ਹੈ। ਆਪਣੇ ਆਲੇ ਦੁਆਲੇ ਦੇ ਕ੍ਰਿਸ਼ਮਿਆਂ ਨੂੰ ਨੀਝ ਨਾਲ ਦੇਖੋ, ਸਮਝੋ, ਨਿਰਖੋ, ਪਰਖੋ, ਸੁਣੋ, ਯਾਤਰਾ ਕਰੋ ਅਤੇ ਖੋਜੋ। ਨਿਰੰਤਰ ਜਗਿਆਸਾ ਤੁਹਾਨੂੰ ਆਪਣੀ ਦੁਨੀਆ, ਆਪਣੀ ਜ਼ਿੰਦਗੀ ਅਤੇ ਆਪਣੇ ਭਵਿੱਖ ਬਾਰੇ ਯਕੀਨਨ ਉਤਸ਼ਾਹਿਤ ਕਰਦੀ ਹੈ। ਨਵੀਆਂ ਆਦਤਾਂ ਪਾਓ। ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਬਦਲੇਗੀ। ਅਸੀਂ ਆਪਣੀ ਜ਼ਿੰਦਗੀ ਦੇ ਦਰਪਣ ਹਾਂ। ਜੇ ਅਸੀਂ ਨਿਰਾਸ਼, ਮਾਯੂਸ ਜਾਂ ਗੁੱਸੇ 'ਚੋਂ ਹਾਂ ਤਾਂ ਅਸੀਂ ਆਪਣੇ ਆਸ-ਪਾਸ ਦੀਆਂ ਬਖਸ਼ਿਸ਼ਾਂ ਵੱਲ ਧਿਆਨ ਨਹੀਂ ਦਿੰਦੇ। ਖੁਸ਼ ਰਹਿਣਾ ਇੱਕ ਚੋਣ ਹੈ। ਜੇ ਤੁਸੀਂ ਸਕਾਰਾਤਮਕ ਸੋਚਦੇ ਹੋ ਅਤੇ ਆਪਣੀ ਜ਼ਿੰਦਗੀ ਵਿਚਲੀ ਹਰ ਚੀਜ਼ ਨੂੰ ਨਿਹਾਰਦੇ ਹੋ, ਸਹਿਜੇ ਸਹਿਜੇ ਤੁਹਾਡੇ ਅੰਦਰ ਸ਼ੁਕਰਾਨੇ ਦੀ ਭਾਵਨਾ ਬਣਨੀ ਸ਼ੁਰੂ ਹੋ ਜਾਵੇਗੀ ਅਤੇ ਰੋਜ਼ਾਨਾ ਅਭਿਆਸ ਰਾਹੀਂ ਬਾਹਰ ਆ ਕੇ ਵਹਿਣੀ ਸ਼ੁਰੂ ਹੋ ਜਾਵੇਗੀ। ਜਗਿਆਸੂ ਬਣੋ ਅਤੇ ਤੁਹਾਡੇ ਆਲੇ ਦੁਆਲੇ ਜੋ ਹੋ ਰਿਹਾ ਹੈ ਉਸ ਦਾ ਆਨੰਦ ਮਾਣੋ। ਆਪਣੇ ਆਪ ਨੂੰ ਸਿੱਖਿਅਤ ਕਰੋ। ਜਿੰਨਾ ਜ਼ਿਆਦਾ ਤੁਹਾਨੂੰ ਗਿਆਨ ਹੋਵੇਗਾ, ਉਨਾ ਹੀ ਤੁਸੀਂ ਵਿਕਾਸ ਕਰੋਗੇ। ਜਦੋਂ ਤੁਸੀਂ ਬਿਹਤਰ ਜ਼ਿੰਦਗੀ ਬਣਾਉਣ ਲਈ ਉੱਦਮ ਕਰਦੇ ਹੋ ਤਾਂ ਜਾਣਕਾਰੀ ਤੁਹਾਡਾ ਸਭ ਤੋਂ ਵੱਡਾ ਵਸੀਲਾ ਹੁੰਦੀ ਹੈ। ਤੱਥ ਤੁਹਾਡੇ ਸਵੈ ਵਿਸ਼ਵਾਸ ਨੂੰ ਵਧਾਉਣ 'ਚ ਮਦਦ ਕਰਦੇ ਹਨ, ਭੈ ਨੂੰ ਚਕਨਾਚੂਰ ਕਰਦੇ ਹਨ ਅਤੇ ਤੁਹਾਨੂੰ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਤੁਸੀਂ ਕੀ ਚਾਹੁੰਦੇ ਹੋ, ਉਸ ਬਾਰੇ ਜਾਣਨ ਲਈ ਜੋ ਕੁਝ ਵੀ ਹੈ ਉਸ ਦੀ ਥਾਹ ਪਾਓ। ਫਿਰ ਤੁਸੀਂ ਉਸ ਉੱਦਮ ਅਤੇ ਤਾਕਤ ਤੋਂ ਵਾਂਝੇ ਨਹੀਂ ਹੋਵੋਗੇ ਜੋ ਤੁਹਾਨੂੰ ਇਹ ਕਰਨ ਲਈ ਲੋੜੀਂਦੀ ਹੈ। ਵੰਨ-ਸਵੰਨੀਆਂ ਕਿਤਾਬਾਂ ਪੜ੍ਹੋ ਅਤੇ ਜੇ ਤੁਹਾਨੂੰ ਵਧੇਰੇ ਮੁਹਾਰਤ ਵਿਕਸਿਤ ਕਰਨ ਦੀ ਲੋੜ ਹੈ ਤਾਂ ਆਪਣੇ ਆਪ ਨੂੰ ਸਿੱਖਿਅਤ ਕਰੋ। ਇਹ ਸਭ ਤੁਹਾਡੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰੇਗਾ। ਕਾਰੋਬਾਰ ਵਿੱਚ ਤੁਹਾਨੂੰ ਜਿਹੜੀ ਵੀ ਚੀਜ਼ ਲੋੜੀਂਦੀ ਹੈ ਉਸ ਦੀ ਸੂਚੀ ਬਣਾਉਣਾ ਮਹੱਤਵਪੂਰਨ ਹੈ ਅਤੇ ਤੁਸੀਂ ਇੱਕ ਕਰਕੇ ਉਸ ਉੱਪਰ ਨਿਸ਼ਾਨ ਲਗਾ ਸਕਦੇ ਹੋ। ਤੁਹਾਡੇ ਭਵਿੱਖ ਨੂੰ ਬਣਾਉਣ ਵਾਲੀ ਸ਼ਕਤੀ ਅਤੇ ਚਾਬੀ ਤੁਹਾਡੇ ਕੋਲ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨਾਂ ਹਾਲਾਤਾਂ 'ਚ ਹੋ। ਤੁਹਾਡੀਆਂ ਕੋਈ ਵੀ ਪਰੇਸ਼ਾਨੀਆਂ ਰਹੀਆਂ ਹੋਣ, ਤੁਸੀਂ ਉਹਨਾਂ ਨੂੰ ਦੂਰ ਕਰ ਸਕਦੇ ਹੋ। ਆਪਣੇ ਆਪ ਨੂੰ ਦੱਸਦੇ ਰਹੋ, ਤੁਸੀਂ ਉਹ ਬਣ ਸਕਦੇ ਹੋ ਜੋ ਤੁਸੀਂ ਬਣਨਾ ਚਾਹੁੰਦੇ ਹੋ। ਉਹਨਾਂ ਲੋਕਾਂ ਦੀ ਜ਼ਿੰਦਗੀ ਬਾਰੇ ਸਿੱਖਣਾ ਜਿਨ੍ਹਾਂ ਨੇ ਉਹ ਟੀਚੇ ਹਾਸਲ ਕਰ ਲਏ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ, ਇਹ ਸਭ ਤੋਂ ਵਧੇਰੇ ਪ੍ਰੇਰਨਾਦਾਇਕ ਤਕਨੀਕਾਂ ਵਿੱਚੋਂ ਇੱਕ ਹੈ। ਪਤਾ ਲਾਓ ਕਿ ਕਿਹਨਾਂ ਦੇ ਅਰਮਾਨ ਤੁਹਾਡੇ ਵਾਲੇ ਸਨ ਅਤੇ ਉਹਨਾਂ ਦੇ ਅਰਮਾਨਾਂ ਦੀ ਕਹਾਣੀ ਜਾਣੋ। ਤੁਸੀਂ ਪਿਛਲੇ ਸਾਲ ਕਿੰਨੀਆਂ ਕਿਤਾਬਾਂ ਪੜ੍ਹੀਆਂ ਹਨ? ਹੋਰ ਵੀ ਬਿਹਤਰ ਸਵਾਲ, ਤੁਸੀਂ ਨੈੱਟਫਲਿਕਸ ਦੇਖਣ ਲਈ ਕਿੰਨੇ ਘੰਟੇ ਦੇ ਰਹੇ ਹੋ? ਅਸੀਂ ਕਾਮਯਾਬ ਹੋਏ ਲੋਕਾਂ ਬਾਰੇ ਪੜ੍ਹ ਕੇ ਸਿੱਖਦੇ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਚਾਹੁੰਦੇ ਹੋ। ਇਤਿਹਾਸ ਵਿੱਚ ਕਿਸੇ ਨੇ ਕਿਸੇ ਸਮੇਂ 'ਤੇ ਇਸੇ ਚੀਜ਼ ਦੀ ਇੱਛਾ ਕੀਤੀ ਹੁੰਦੀ ਹੈ ਅਤੇ ਪ੍ਰਾਪਤ ਕੀਤੀ ਹੁੰਦੀ ਹੈ।
ਇਸ ਤੋਂ ਸਿਰਫ ਇਹੀ ਸਿੱਧ ਨਹੀਂ ਹੁੰਦਾ ਕਿ ਤੁਹਾਡੇ ਸੁਪਨੇ ਪੂਰੇ ਹੋਣੇ ਸੰਭਵ ਹਨ, ਸਗੋਂ ਇਹ ਵੀ ਕਿ ਇਸ ਲਈ ਜੋ ਕੁਝ ਦੀ ਲੋੜ ਹੈ ਉਹ ਤੁਹਾਡੇ ਕੋਲ ਹੈ। ਲੋਕਾਂ ਨੇ ਬਹੁਤ ਥੋੜ੍ਹੇ ਨਾਲ ਬਹੁਤ ਕੁਝ ਕੀਤਾ ਹੈ। ਇਹ ਸਾਬਤ ਕਰ ਦਿੱਤਾ ਹੈ ਕਿ ਤਬਦੀਲੀ ਲਿਆਉਣ ਲਈ ਜ਼ਰੂਰਤਾਂ ਤੁਹਾਡੇ ਅੰਦਰ ਹਨ। ਤਬਦੀਲੀ ਫਿਰ ਹੀ ਆਵੇਗੀ ਜੇ ਅਸੀਂ ਤਿਆਰ ਹਾਂ। ਅਸੀਂ ਉਸ ਬਾਰੇ ਹਜ਼ਾਰਾਂ ਗੱਲਾਂ ਕਰ ਸਕਦੇ ਹਾਂ ਜੋ ਅਸੀਂ ਕਰਨਾ ਚਾਹੁੰਦੇ ਹਾਂ, ਪਰ ਉਦੋਂ ਤੱਕ ਕੁਝ ਨਹੀਂ ਹੋਣ ਲੱਗਾ ਜਦੋਂ ਤੱਕ ਅਸੀਂ ਕਾਰਜਸ਼ੀਲ ਕਦਮ ਨਹੀਂ ਚੁੱਕਦੇ ਜਿਨ੍ਹਾਂ ਨੇ ਸਾਨੂੰ ਅੱਗੇ ਲਿਜਾਣਾ ਹੈ। ਇੱਕ ਵਾਰ ਜਦ ਤੁਸੀਂ ਇੱਕ ਕਦਮ ਪੂਰਾ ਕਰਦੇ ਹੋ ਤਾਂ ਤੁਹਾਨੂੰ ਥੋੜ੍ਹੇ ਚਿਰੇ ਅਤੇ ਲੰਬੇ ਸਮੇਂ ਦੇ ਟੀਚੇ ਰੱਖਣੇ ਪੈਣਗੇ। ਜਾਣਕਾਰੀ ਸਫਲਤਾ ਦਾ ਵੱਡਾ ਹਿੱਸਾ ਹੈ। ਆਪਣੀ ਜ਼ਿੰਦਗੀ ਨੂੰ ਬਦਲਣ ਲਈ ਉਤਸ਼ਾਹੀ ਬਣੇ ਰਹਿਣ ਖਾਤਰ ਆਪਣੇ ਦਿਮਾਗ 'ਚ ਨਵੀਂ ਅਤੇ ਉਤਸ਼ਾਹੀ ਜਾਣਕਾਰੀ ਦਾ ਸੰਚਾਰ ਲਗਾਤਾਰ ਬਣਾਈ ਰੱਖਣਾ ਤੁਹਾਡੀ ਲੋੜ ਹੁੰਦੀ ਹੈ। ਜੇ ਸੰਭਵ ਹੋਵੇ ਤਾਂ ਮੈਂਬਰ ਬਣ ਕੇ ਘੱਟੋ ਘੱਟ ਇੱਕ ਐਸਾ ਰਸਾਲਾ, ਅਖਬਾਰ ਜਾਂ ਨਿਊਜ਼ਲੈਟਰ ਜ਼ਰੂਰ ਲਗਵਾਓ ਜੋ ਤੁਹਾਡੇ ਟੀਚੇ ਉੱਪਰ ਕੇਂਦਰਿਤ ਕਰਦਾ ਹੋਵੇ। ਖਬਰਾਂ, ਅਪਡੇਟ ਅਤੇ ਕਾਰੋਬਾਰ ਵਿੱਚ ਆਉਣ ਵਾਲੇ ਰੁਝਾਨਾਂ ਨਾਲ ਜੁੜੇ ਰਹਿ ਕੇ ਆਪਣੇ ਆਲੇ ਦੁਆਲੇ ਕੀ ਹੋ ਰਿਹਾ ਹੈ ਉਸ ਬਾਰੇ ਸੁਚੇਤ ਰਹੋ। ਤੁਹਾਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਕੀ ਬਦਲ ਰਿਹਾ ਹੈ। ਜੇ ਤੁਸੀਂ ਉਸੇ ਰਫ਼ਤਾਰ ਨਾਲ ਚੱਲ ਨਹੀਂ ਰਹੇ, ਤੁਸੀਂ ਪਿੱਛੇ ਰਹਿ ਜਾਵੋਗੇ। ਆਪਣੇ ਵਿਕਾਸ ਅਤੇ ਵਾਧੇ ਪ੍ਰਤੀ ਵਚਨਬੱਧ ਹੋਣ ਲਈ ਸਿੱਖਿਆ ਅਤੇ ਗਿਆਨ ਬਹੁਤ ਮਹੱਤਵਪੂਰਨ ਹੈ। ਕੀ ਤੁਸੀਂ ਕਦੇ ਐਸੀ ਫਿਲਮ ਦੇਖੀ ਹੈ ਜਿਸ ਨੇ ਤੁਹਾਨੂੰ ਸੱਚਮੁੱਚ ਝੰਜੋੜਿਆ ਹੋਵੇ? ਕੋਈ ਐਸੀ ਕਿਤਾਬ ਪੜ੍ਹੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਪ੍ਰੇਰਨਾ ਬਣੀ ਹੋਵੇ? ਕੋਈ ਐਸੀ ਆਡੀਓ ਟੇਪ ਸੁਣੀ ਹੈ ਜਿਸ ਨੇ ਤੁਹਾਨੂੰ ਕੰਮ ਕਰਨ ਲਈ ਪ੍ਰੇਰਿਆ ਹੋਵੇ? ਕੀ ਤੁਸੀਂ ਉਹਨਾਂ ਨੂੰ ਨਿਯਮਿਤ ਆਧਾਰ 'ਤੇ ਦੁਬਾਰਾ ਦੇਖਦੇ ਹੋ? ਲੋਕ ਅਕਸਰ ਐਸਾ ਸਾਧਨ ਲੱਭ ਲੈਂਦੇ ਹਨ ਜੋ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ, ਸਿਰਫ ਉਸ ਨੂੰ ਵਰਤ ਕੇ ਸੁੱਟ ਦੇਣ ਦੇ ਰਵੱਈਏ ਨਾਲ। ਜੇ ਕੋਈ ਚੀਜ਼ ਤੁਹਾਨੂੰ ਪ੍ਰੇਰਿਤ ਕਰਦੀ ਹੈ, ਉਸ ਦੀ ਵਰਤੋਂ ਵਾਰ-ਵਾਰ ਕਰੋ। ਚਾਰਲਸ ਆਰ ਸਵਿੰਡਲ ਦਾ ਕਹਿਣਾ ਹੈ, ਜ਼ਿੰਦਗੀ ਦਾ 10% ਹੈ ਜੋ ਮੇਰੇ ਨਾਲ ਵਾਪਰਦਾ ਹੈ ਅਤੇ 90% ਉਹ ਹੈ ਜੋ ਮੈਂ ਇਸ ਪ੍ਰਤੀ ਕੀ ਪ੍ਰਤੀਕਰਮ ਦਿੰਦਾ ਹਾਂ। ਇੱਕ ਵਾਰ ਜਦੋਂ ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਮਾਹਰ ਹਾਂ, ਅਸੀਂ ਵਧੇਰੇ ਗੱਲਾਂ ਕਰਦੇ ਹਾਂ ਅਤੇ ਸਿੱਖਣ ਦੇ ਕਾਬਲ ਨਹੀਂ ਰਹਿੰਦੇ। ਹਮੇਸ਼ਾ ਵਿਗਸਣ ਲਈ ਤਿਆਰ ਰਹੋ। ਇਹ ਤੁਹਾਡੀ ਹਉਮੈ ਹੈ ਜੋ ਕਹਿੰਦੀ ਹੈ ਕਿ ਤੁਹਾਨੂੰ ਹਰ ਚੀਜ਼ ਪਤਾ ਹੈ। ਇਸ ਲਈ ਜਦੋਂ ਤੁਹਾਡਾ ਕਾਰੋਬਾਰ ਵੱਧਦਾ ਹੈ ਤਾਂ ਹਉਮੈ ਨੂੰ ਖਤਮ ਕਰਨਾ ਮਹੱਤਵਪੂਰਨ ਹੈ। ਕਦੇ-ਕਦੇ ਤੁਸੀਂ ਇੱਕ ਫਿਲਮ ਦੇਖ ਸਕਦੇ ਹੋ ਜੋ ਸੱਚਮੁੱਚ ਤੁਹਾਨੂੰ ਪ੍ਰੇਰਿਤ ਕਰਦੀ ਹੈ, ਚਾਹੇ ਇਹ ਕਹਾਣੀ ਹੀ ਹੈ। ਮਿਸਾਲ ਵਜੋਂ ਬਰੇਵ ਹਾਰਟ, ਮਿਲੀਅਨ ਡਾਲਰ ਬੇਬੀ ਜਾਂ ਕੋਈ ਵੀ ਜੋ ਸੱਚਮੁੱਚ ਤੁਹਾਡੇ 'ਚ ਜੋਸ਼ ਭਰਦੀ ਹੈ। ਪ੍ਰੇਰਨਾ ਲੈਣ ਲਈ ਹਰ ਹਫ਼ਤੇ ਸਮਾਂ ਕੱਢੋ। ਇੱਕ ਲਾਇਬ੍ਰੇਰੀ ਕਾਰਡ ਬਣਾਓ ਅਤੇ ਇਸ ਦੀ ਵਰਤੋਂ ਕਰੋ। ਕਿਤਾਬਾਂ ਸਭ ਤੋਂ ਸਸਤੀਆਂ ਹਨ ਜੇ ਤੁਸੀਂ ਆਪਣਾ ਕਾਰਡ ਵਰਤਦੇ ਹੋ ਤਾਂ, ਅਤੇ ਇਹ ਸਾਡੇ ਆਸ-ਪਾਸ ਸਫਲਤਾ ਦੇ ਸਭ ਤੋਂ ਪ੍ਰਭਾਵਸ਼ਾਲੀ ਸੰਦ ਹਨ। ਇਸ ਹਕੀਕਤ ਨੂੰ ਇੱਥੇ ਹੀ ਅਤੇ ਹੁਣੇ ਸਵੀਕਾਰ ਕਰ ਲਓ। ਜੇ ਤੁਸੀਂ ਪੜ੍ਹਨਾ ਪਸੰਦ ਨਹੀਂ ਕਰਦੇ, ਤੁਸੀਂ ਕਦੇ ਵੀ ਆਪਣੀ ਅਸਲ ਸਮਰੱਥਾ ਉੱਪਰ ਨਹੀਂ ਪਹੁੰਚ ਸਕੋਗੇ। ਲਾਇਬ੍ਰੇਰੀਆਂ ਤੁਹਾਨੂੰ ਬਹੁਤ ਜ਼ਿਆਦਾ ਗਿਆਨ ਦਿੰਦੀਆਂ ਹਨ। ਪੈਸੇ ਕਦੇ ਕੋਈ ਬਹਾਨਾ ਨਹੀਂ ਹੋ ਸਕਦਾ। ਜੇ ਤੁਸੀਂ ਕੁਝ ਕਰਨਾ ਹੈ ਜਾਂ ਆਪਣੀ ਜ਼ਿੰਦਗੀ ਦੇ ਖੇਤਰ ਵਿੱਚ ਵਿਕਾਸ ਕਰਨਾ ਚਾਹੁੰਦੇ ਹੋ, ਕੋਈ ਫੈਸਲਾ ਲੈਣਾ ਚਾਹੁੰਦੇ ਹੋ, ਫਿਰ ਉਸ ਨੂੰ ਸਿਰੇ ਲਾਉਣਾ ਯਕੀਨੀ ਬਣਾਓ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਜ਼ਿੰਦਗੀ 'ਚ ਕੀ ਸਿਰਜਣਾ ਚਾਹੁੰਦੇ ਹਾਂ, ਅਸੀਂ ਕਿੱਥੇ ਪਹੁੰਚਣਾ ਚਾਹੁੰਦੇ ਹਾਂ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਸਾਡੀ ਵਚਨਬੱਧਤਾ ਕਿਸ ਪੱਧਰ ਦੀ ਹੋਵੇ। ਇੱਕ ਸਪਸ਼ਟ ਤਸਵੀਰ ਅਤੇ ਇੱਕ ਸਪਸ਼ਟ ਦ੍ਰਿਸ਼ਟੀ ਰੱਖੋ ਅਤੇ ਜੇ ਇੱਛਾ ਹੈ ਤਾਂ ਤੁਸੀਂ ਇਸ ਨੂੰ ਪੂਰਾ ਕਰ ਲਵੋਗੇ। ਰੁਕਾਵਟਾਂ ਤੁਹਾਨੂੰ ਰੋਕ ਨਹੀਂ ਸਕਣਗੀਆਂ। ਇਹ ਤੁਹਾਡੇ ਛਾਲ ਮਾਰਨ ਲਈ ਸਪਰਿੰਗ ਬੋਰਡ ਹੋਣਗੀਆਂ। ਆਪਣੇ ਖਿਆਲਾਂ ਤੋਂ ਸੁਚੇਤ ਰਹੋ। ਜੇ ਗਲਤ ਸੋਚਾਂ ਤੁਹਾਡੇ ਮਨ 'ਚ ਚੋਖੇ ਸਮੇਂ ਤੱਕ ਖਰੂਦ ਪਾਉਂਦੀਆਂ ਰਹਿੰਦੀਆਂ ਹਨ ਤਾਂ ਇਹ ਵਿਅਕਤੀ ਦੇ ਸਵੈ ਵਿਸ਼ਵਾਸ ਦੀ ਤਾਕਤ ਨੂੰ ਖੁਰਾ ਲੱਗ ਸਕਦੀਆਂ ਹਨ। ਉਹਨਾਂ ਚੀਜ਼ਾਂ ਤੋਂ ਸੁਚੇਤ ਹੋਵੋ ਜੋ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ। ਹਰ ਵਾਰ ਜਦੋਂ ਤੁਸੀਂ ਇੱਕ ਨਕਾਰਾਤਮਕ ਵਾਕੰਸ਼ 'ਤੇ ਪਹੁੰਚਦੇ ਹੋ ਤਾਂ ਆਪਣੇ ਆਪ ਨੂੰ ਰੋਕੋ। ਵਿਸ਼ਵਾਸ ਦਾ ਖੰਡਨ ਤਰਕ ਨਾਲ ਕਰੋ ਅਤੇ ਇਸ ਨੂੰ ਇੱਕ ਮਜ਼ਬੂਤ ਅਤੇ ਤਾਕਤਵਰ ਵਿਚਾਰ ਨਾਲ ਬਦਲੋ। ਜ਼ਿੰਦਗੀ ਆਪਣੇ ਆਪ ਨੂੰ ਖੋਜਣਾ ਨਹੀਂ ਹੈ, ਜ਼ਿੰਦਗੀ ਤੋਂ ਭਾਵ ਆਪਣੇ ਆਪ ਨੂੰ ਘੜਨਾ ਹੈ। ਇਹ ਕਹਿਣਾ ਹੈ ਜਾਰਜ ਬਰਨਾਰਡ ਸ਼ਾਹ ਦਾ। ਮਨੁੱਖੀ ਮਨ ਇੱਕ ਦਿਨ 'ਚ ਬਹੁਤ ਸਾਰੇ ਵਿਚਾਰਾਂ 'ਚੋਂ ਗੁਜ਼ਰਦਾ ਹੈ, ਨਕਾਰਾਤਮਕ ਅਤੇ ਸਕਾਰਾਤਮਕ ਦੋਨਾਂ ਵਿੱਚੋਂ। ਤੁਸੀਂ ਸਕਾਰਾਤਮਕ ਨੂੰ ਹਾਸਲ ਕਰਨਾ ਚਾਹੁੰਦੇ ਹੋ ਅਤੇ ਉਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਹੋ। ਨਕਾਰਾਤਮਕ ਵਿਚਾਰਾਂ ਅਤੇ ਨਕਾਰਾਤਮਕ ਲੋਕਾਂ ਤੋਂ ਦੂਰ ਰਹੋ। ਬਿਹਤਰ ਸੋਚਣ ਤੋਂ ਤੁਹਾਡੀ ਮਦਦ ਕਰਨ ਲਈ ਬਹੁਤ ਸਾਰੇ ਸਾਧਨ ਹਨ। ਅੰਤਰ ਧਿਆਨ ਹੋਣਾ ਉਹਨਾਂ ਵਿੱਚੋਂ ਇੱਕ ਹੈ। ਸਮੇਂ ਨਾਲ ਸਾਡੀਆਂ ਸੋਚਾਂ ਵਿਸ਼ਵਾਸ ਬਣ ਜਾਂਦੀਆਂ ਹਨ ਅਤੇ ਜੋ ਨੈਗੇਟਿਵ ਹਨ
ਉਹ ਜ਼ਿੰਦਗੀ ਨੂੰ ਦੁਖੀ ਬਣਾ ਸਕਦੀਆਂ ਹਨ। ਇਸੇ ਨੂੰ ਬੋਧੀ ਬਾਂਦਰ ਮਨ ਕਹਿੰਦੇ ਹਨ। ਸਫਲਤਾ ਹਾਸਲ ਕਰਨ ਲਈ ਇੱਕ ਬਿਹਤਰ ਆਗੂ, ਇੱਕ ਬਿਹਤਰ ਵਿਅਕਤੀ ਬਣਨ ਲਈ ਸ਼ਾਂਤੀ ਅਤੇ ਸ਼ਾਂਤਮਈ ਸਥਿਤੀ ਅਤੇ ਮਨ ਦਾ ਚੈਨ ਲੱਭਣਾ ਮਹੱਤਵਪੂਰਨ ਹੈ। ਇਸ ਲਈ ਤੁਹਾਨੂੰ ਕਿਸੇ ਪਹਾੜ ਦੀ ਚੋਟੀ ਉੱਪਰਲੇ ਕਿਸੇ ਆਸ਼ਰਮ 'ਚ ਜਾਣ ਦੀ ਲੋੜ ਨਹੀਂ ਹੈ। ਅਸਲ 'ਚ ਆਪਣੇ ਦਿਨ ਦੀ ਸ਼ੁਰੂਆਤ ਤੁਸੀਂ ਵੱਖਰੀ ਤਰ੍ਹਾਂ ਕਰ ਸਕਦੇ ਹੋ। ਬਿਸਤਰੇ 'ਚੋਂ ਉੱਠਣ ਜਾਂ ਸੋਸ਼ਲ ਮੀਡੀਆ ਐਪਸ ਉੱਪਰ ਜਾਣ ਤੋਂ ਪਹਿਲਾਂ ਬਸ 5 ਮਿੰਟ ਲਈ ਆਪਣੀਆਂ ਅੱਖਾਂ ਮੀਟ ਲਓ ਅਤੇ ਆਪਣੀ ਸਾਹ ਪ੍ਰਕਿਰਿਆ ਉੱਪਰ ਬਿਰਤੀ ਇਕਾਗਰ ਕਰੋ। ਇਸ ਸਰਲ ਤਕਨੀਕ ਦਾ 3 ਹਫ਼ਤੇ ਤੱਕ ਅਭਿਆਸ ਤੁਹਾਡੇ ਦਿਨ, ਤੁਹਾਡੇ ਮੂਡ ਅਤੇ ਤੁਹਾਡੇ ਤੌਰ ਤਰੀਕੇ ਨੂੰ ਹੈਰਾਨੀਜਨਕ ਰੂਪ 'ਚ ਬਦਲ ਸਕਦਾ ਹੈ ਅਤੇ ਇਸ ਦਾ ਤੁਹਾਡੇ ਕਾਰੋਬਾਰ ਉੱਪਰ ਬੇਹੱਦ ਪ੍ਰਭਾਵ ਪਵੇਗਾ। ਆਖਰਕਾਰ, ਜਦ ਤੁਹਾਡੀਆਂ ਭਾਵਨਾਵਾਂ ਤੁਹਾਡੇ ਕਾਬੂ 'ਚ ਹਨ ਅਤੇ ਤੁਹਾਨੂੰ ਅਚਾਨਕ ਕ੍ਰੋਧ ਜਾਂ ਗੁੱਸੇ ਦੇ ਦੌਰੇ ਨਹੀਂ ਪੈਂਦੇ, ਤਾਂ ਤੁਸੀਂ ਵਧੇਰੇ ਵਿਸ਼ਵਾਸ ਪਾਤਰ ਮੁਲਾਜ਼ਮ ਜਾਂ ਆਗੂ ਬਣ ਜਾਂਦੇ ਹੋ। ਤੁਹਾਡੇ ਨਾਲ ਕੰਮ ਕਰਨ ਵਾਲਿਆਂ ਨੂੰ ਆਨੰਦ ਆਉਂਦਾ ਹੈ ਅਤੇ ਲੋਕ ਤੁਹਾਡੀ ਕੰਪਨੀ 'ਚ ਰਹਿਣਾ ਚਾਹੁੰਦੇ ਹਨ। ਇਸ ਲਈ ਆਪਣੇ ਬਾਂਦਰ ਦਿਮਾਗ ਨੂੰ ਸਿੱਖਿਅਤ ਕਰੋ। ਫੋਬੀਆ ਵਾਲੇ ਲੋਕ ਉਹਨਾਂ ਦੇ ਵਿਸ਼ੇਸ਼ ਭੈ ਦਾ ਸਰਸਰੀ ਜ਼ਿਕਰ ਹੋਣ ਨਾਲ ਹੀ ਭੈਭੀਤ ਮਨੋ ਅਵਸਥਾ ਵਿੱਚ ਧੱਕੇ ਜਾਂਦੇ ਹਨ। ਉਹ ਭੈ ਦੇ ਸਰੀਰਕ ਲੱਛਣ ਵੀ ਦਰਸਾ ਸਕਦੇ ਹਨ। ਇਹੀ ਗੱਲ ਟੀਚਿਆਂ ਅਤੇ ਸੁਪਨਿਆਂ ਬਾਰੇ ਵੀ ਸੱਚ ਹੈ। ਅਕਸਰ ਜਿਉਂ ਹੀ ਤੁਸੀਂ ਆਪਣੇ ਟੀਚੇ ਦੀ ਗੱਲ ਕਰਦੇ ਹੋ, ਅਸਫਲਤਾ ਅਤੇ ਭੈ ਦੀਆਂ ਤਸਵੀਰਾਂ ਤੁਹਾਡੇ ਦਿਮਾਗ 'ਚ ਹੜਦੰਗ ਮਚਾਉਣ ਲੱਗਦੀਆਂ ਹਨ। ਇਹ ਸਮੱਸਿਆ ਨੂੰ ਹੱਲ ਕਰਨ ਲਈ ਆਪਣੇ ਟੀਚੇ ਦੀ ਗੱਲ ਸੁਚੇਤ ਹੋ ਕੇ ਕਰੋ ਅਤੇ ਉਦੋਂ ਤੱਕ ਸਫਲਤਾ ਦੀ ਕਲਪਨਾ ਵਾਰ-ਵਾਰ ਕਰਦੇ ਰਹੋ ਜਦ ਤੱਕ ਇਹ ਤੁਹਾਡੇ ਮਨ ਵਿੱਚ ਵਸ ਨਹੀਂ ਜਾਂਦੀ। ਕਲਪਨਾ ਕਰੋ। ਵਾਰ-ਵਾਰ ਕਲਪਨਾ ਕਰਦੇ ਰਹੋ ਜਦੋਂ ਤੱਕ ਤੁਹਾਡਾ ਦਿਮਾਗ ਹਾਂ ਨਾ ਕਹਿ ਦੇਵੇ ਅਤੇ ਤੁਹਾਡੀ ਸਹਿਮਤੀ ਨਾ ਬਣ ਜਾਵੇ। ਇੱਕ ਸੁਪਨਾ ਬਣਾਓ ਜੋ ਤੁਸੀਂ ਦੇਖਣਾ ਚਾਹੁੰਦੇ ਹੋ, ਉਸ ਦੀ ਸਪਸ਼ਟ ਰੂਪ 'ਚ ਕਲਪਨਾ ਕਰੋ ਅਤੇ ਫਿਰ ਵਿਸ਼ਵਾਸ ਕਰੋ ਕਿ ਇਹ ਸੰਭਵ ਹੈ। ਜੇ ਤੁਸੀਂ ਜੋ ਕਰ ਰਹੇ ਹੋ ਉਸ ਬਾਰੇ ਭਾਵੁਕ ਨਹੀਂ ਹੋ, ਤੁਸੀਂ ਉਸ ਨਾਲ ਨਹੀਂ ਜੁੜ ਸਕੋਗੇ ਅਤੇ ਇਹ ਤੁਹਾਡੇ ਨਤੀਜਿਆਂ 'ਚ ਨਜ਼ਰ ਆਵੇਗਾ। ਮਾਲਕੀ ਹਾਸਲ ਕਰੋ ਆਪਣੇ ਟੀਚਿਆਂ ਅਤੇ ਉਸ ਫਰਕ ਨੂੰ ਸਮਝੋ ਜੋ ਤੁਸੀਂ ਦੂਜਿਆਂ ਦੀਆਂ ਜ਼ਿੰਦਗੀਆਂ 'ਚ ਪੈਦਾ ਕਰ ਰਹੇ ਹੋ। ਜਦੋਂ ਤੱਕ ਤੁਸੀਂ ਆਪਣੀ ਕਲਪਨਾ ਉੱਪਰ ਧਿਆਨ ਇਕਾਗਰ ਨਹੀਂ ਕਰਦੇ, ਤਾਂ ਤੁਸੀਂ ਆਪਣੀਆਂ ਅੱਖਾਂ ਉੱਪਰ ਨਿਰਭਰ ਨਹੀਂ ਕਰ ਸਕਦੇ। ਇਹ ਕਹਿਣਾ ਹੈ ਮਾਰਕ ਟਵੇਨ ਦਾ। ਆਪਣੇ ਘਰ ਜਾਂ ਦਫ਼ਤਰ ਦੇ ਨੇੜੇ ਤੇੜੇ ਉਹਨਾਂ ਸੁਪਨਿਆਂ ਬਾਰੇ ਸ਼ਕਤੀਸ਼ਾਲੀ ਰਿਮਾਈਂਡਰ ਲਗਾਓ ਜਿਨ੍ਹਾਂ ਨੂੰ ਪੂਰੇ ਕਰਨ ਲਈ ਤੁਸੀਂ ਕੰਮ ਕਰ ਰਹੇ ਹੋ। ਅਜੋਕੀ ਜ਼ਿੰਦਗੀ 'ਚ ਰਫ਼ਤਾਰ ਬਹੁਤ ਹੀ ਰੁਝੇਵਿਆਂ ਵਾਲੀ ਹੋਣ ਕਰਕੇ ਅਸਲ ਵਿੱਚ ਮਹੱਤਵਪੂਰਨ ਚੀਜ਼ਾਂ ਸਹਿਜੇ ਹੀ ਭੁੱਲ ਜਾਂਦੀਆਂ ਹਨ। ਜਿਸ ਆਦਰਸ਼ ਸਰੀਰ ਬਾਰੇ ਤੁਸੀਂ ਸੁਪਨਾ ਦੇਖ ਰਹੇ ਹੋ ਜਾਂ ਜੋ ਘਰ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸ ਦੀਆਂ ਤਸਵੀਰਾਂ ਲਗਾ ਕੇ ਰੱਖਣਾ ਤੁਹਾਨੂੰ ਮਜ਼ਬੂਤ ਬਣਾਈ ਰੱਖਣ ਦੇ ਪ੍ਰਭਾਵਸ਼ਾਲੀ ਸਾਧਨ ਹਨ। ਕੁਝ ਲੋਕ ਵਿਜ਼ਨ ਬੋਰਡ ਨੂੰ ਲਾਭਦਾਇਕ ਮੰਨਦੇ ਹਨ। ਮੇਰਾ ਇੱਕ ਜਾਣੂ ਇਸ ਨੂੰ ਆਪਣੇ ਬੈੱਡ ਦੀ ਇੱਕ ਕੰਨੀ 'ਤੇ ਲਗਾ ਕੇ ਰੱਖਦਾ ਸੀ ਅਤੇ ਸੌਣ ਤੋਂ ਪਹਿਲਾਂ ਹਰ ਰਾਤ ਨੂੰ ਇਸ ਨੂੰ ਦੇਖ ਲੈਂਦਾ ਸੀ। ਵਿਜ਼ਨ ਬੋਰਡ ਉੱਪਰ ਉਸਨੇ ਆਪਣੇ ਰਹਿਣ ਲਈ ਆਦਰਸ਼ ਸ਼ਹਿਰ ਦੀ ਤਸਵੀਰ, ਉਹ ਕਿੰਨਾ ਪੈਸਾ ਕਮਾਏਗਾ, ਉਹ ਕਿੱਥੇ ਯਾਤਰਾ ਕਰਨਾ ਚਾਹੁਣਗੇ ਅਤੇ ਇੱਕ ਖੁਸ਼ ਜੋੜੇ ਦੀ ਤਸਵੀਰ ਲਗਾਈ ਹੋਈ ਸੀ। 1 ਸਾਲ ਦੇ ਅੰਦਰ ਉਸ ਦੇ ਸਾਰੇ ਸੁਪਨਿਆਂ ਅਤੇ ਟੀਚਿਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਰਾਫਲ ਮਾਰਸਟਨ ਦਾ ਕਹਿਣਾ ਹੈ, ਇੱਕ ਐਸੀ ਦੁਨੀਆ ਦੀ ਕਲਪਨਾ ਕਰਨ ਦਾ ਜੇਰਾ ਕਰੋ ਜਿਸ ਵਿੱਚ ਤੁਹਾਡੇ ਸਭ ਤੋਂ ਵੱਡਮੁੱਲੇ ਸੁਪਨੇ ਸੱਚ ਹੋ ਗਏ ਹੋਣ। ਜ਼ਿੰਦਗੀ 'ਚ ਜਿਹੜੀ ਵੀ ਚੀਜ਼ ਅਸੀਂ ਹਾਸਲ ਕਰਦੇ ਹਾਂ ਉਹ ਸਾਡੀ ਬਣਾਈ ਹੁੰਦੀ ਹੈ। ਅਸੀਂ ਚੀਜ਼ਾਂ ਨੂੰ ਕਿਵੇਂ ਕਰਦੇ ਹਾਂ ਅਤੇ ਅਸੀਂ ਲੋਕਾਂ ਨਾਲ ਸੰਬੰਧ ਕਿਵੇਂ ਬਣਾ ਸਕਦੇ ਹਾਂ, ਇਸ ਨਾਲ ਅਸੀਂ ਲਗਾਤਾਰ ਆਪਣੀ ਹਕੀਕਤ ਦੀ ਰਚਨਾ ਕਰਦੇ ਹਾਂ। ਤੁਸੀਂ ਸਫਲ ਹੋਣ ਲਈ ਹਮੇਸ਼ਾ ਉਤਸ਼ਾਹ 'ਚ ਨਹੀਂ ਹੁੰਦੇ। ਸਾਡੇ ਸਾਰਿਆਂ 'ਚੋਂ ਉਤਰਾਅ ਚੜ੍ਹਾਅ ਆਉਂਦੇ ਹਨ ਅਤੇ ਜਦੋਂ ਅਸੀਂ ਇਸ ਤੋਂ ਕੋਈ ਵੱਖਰੀ ਝਾਕ ਰੱਖਦੇ ਹਾਂ ਤਾਂ ਨਿਰਾਸ਼ਾ ਅਤੇ ਗੁੱਸਾ ਪੈਦਾ ਹੁੰਦਾ ਹੈ। ਅਸੀਂ ਸਾਰੇ ਪਰੇਸ਼ਾਨ ਹੋ ਜਾਂਦੇ ਹਾਂ, ਨਾਕਾਮੀਆਂ ਦਾ ਸਾਹਮਣਾ ਕਰਦੇ ਹਾਂ ਅਤੇ ਇਹ ਮਾੜੇ ਦਿਨ ਹੁੰਦੇ ਹਨ। ਪਰ ਸੀਕ੍ਰੇਟ ਇੱਥੇ ਹੀ ਹੈ। ਤੁਸੀਂ ਉਸ ਹਾਲਤ 'ਚੋਂ ਆ ਜਾ ਸਕਦੇ ਹੋ, ਪਰ ਹਮੇਸ਼ਾ ਉੱਥੇ ਅਟਕੇ ਨਾ ਰਹੋ। ਪਿਛਾਂਹ ਦੇਖਣ ਵਾਲੇ ਸ਼ੀਸ਼ੇ 'ਚੋਂ ਨਾ ਝਾਕਦੇ ਰਹੋ ਜਾਂ ਭਵਿੱਖ ਦੀ ਚਿੰਤਾ 'ਚ ਨਾ ਡੁੱਬੇ ਰਹੋ। ਇਹ ਤਣਾਅ ਦਾ ਕਾਰਨ ਬਣਦਾ ਹੈ ਅਤੇ ਤੁਹਾਨੂੰ ਤੁਹਾਡੀ ਮੌਜੂਦਾ ਹਕੀਕਤ 'ਚੋਂ ਬਾਹਰ ਲੈ ਜਾਂਦਾ ਹੈ। ਮੇਰੇ ਪਿਤਾ ਜੀ ਸਿਰਫ ਇੱਕੋ ਗੱਲ ਕਹਿੰਦੇ ਹੁੰਦੇ ਸਨ ਕਿ ਮਹੱਤਵ ਇਸ ਗੱਲ ਦਾ ਹੈ ਕਿ ਜਦੋਂ ਤੁਸੀਂ ਇਸ ਦੁਨੀਆ ਤੋਂ ਤੁਰ ਜਾਓਗੇ ਤਾਂ ਲੋਕ ਤੁਹਾਨੂੰ ਚੇਤੇ ਰੱਖਣਗੇ। ਧੰਨਵਾਦ।